हाँ ਅੱਜ ਅਸੀਂ ਗੱਲਬਾਤ ਕਰਾਂਗੇ ਹਰਮਨਪ੍ਰੀਤ ਸਰ ਨਾਲ, ਜੋ ਕਿ ਇਕਨੋਮਿਕਸ ਦੇ ਡਿਪਾਰਟਮੈਂਟ ਦੇ ਹੈਡ ਨੇ ਗੁਰੂ ਨਾਨਕ ਖਾਲਸਾ ਕਾਲਜ ਵਿਖੇ। ਹਰਮਨਪ੍ਰੀਤ ਸਿੰਘ ਸਰ ਜੀ, ਸਾਡਾ ਬਹੁਤ ਸਵਾਗਤ ਸਾਡੇ ਸ਼ੋਅ ਦੇ ਵਿੱਚ। सत श्री अकाल जी। ਅੱਜ ਅਸੀਂ ਗੱਲਬਾਤ ਕਰਨਾ ਚਾਹੁੰਦੇ ਹਾਂ ਤੇ ਜਾਣਨਾ ਚਾਹੁੰਦੇ ਹਾਂ ਕਿ ਭਾਰਤ ਜੋ ਅਰਥ ਵਿਵਸਥਾ ਦਿਨ ਪਰ ਡਿੱਗਦੀ ਜਾ ਰਹੀ ਹੈ, ਇਹ ਕਰੋਨਾ ਦੇ ਕਾਰਨ ਦੇ ਵਿੱਚ ਜਾਂ ਫਿਰ ਚਾਈਨਾ ਤੋਂ ਜੋ ਸਪਲਾਈ ਹੈ ਉਹ ਸਰਕਾਰ ਬੰਦ ਕਰ ਰਹੀ ਹੈ, ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਜਾਣਨਾ ਚਾਹੁੰਦੇ ਹਾਂ ਕਿ ਭਾਰਤ ਦੀ ਅਰਥ ਵਿਵਸਥਾ ਕਿਵੇਂ ਸੰਤੁਲਿਤ ਹੈ, ਕੀ ਇਹਦਾ ਹੱਲ ਆ। ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਵਿਸ਼ਵ ਅਰਥ ਵਿਵਸਥਾ ਦੀ, ਵਿਸ਼ਵ ਅਰਥ ਵਿਵਸਥਾ ਦੇ ਵਿੱਚ ਇਸ ਜੋ ਕੋਵਿਡ ਦਾ ਸਮਾਂ ਚੱਲ ਰਿਹਾ ਹੈ, ਇਹ ਪੂਰੇ ਵਿਸ਼ਵ ਦੇ ਲਈ ਖਤਰੇ ਦੀ ਘੰਟੀ ਹੈ। ਇਸ ਪੂਰੇ ਸਮੇਂ ਦੇ ਦੌਰਾਨ ਜੇਕਰ ਅਸੀਂ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਦੀ ਵੀ ਗੱਲ ਕਰੀਏ ਤਾਂ ਅਸੀਂ ਇਹ ਵਾਚਾਂਗੇ ਕਿ ਪੂਰੇ ਵਰਲਡ ਦੀ ਜਿਹੜੀ ਇਕਨੋਮੀ ਜਿਹੜੀ ਹੈ ਉਹ ਡਾਊਨ ਹੋਈ ਹੈ, ਚਾਹੇ ਉਹ ਇਟਲੀ ਹੈ, ਚਾਹੇ USA ਹੈ, ਚਾਹੇ ਭਾਰਤ ਹੈ, ਚਾਹੇ ਕੋਈ ਹੋਰ ਦੇਸ਼ ਹੈ। ਪਰ ਜਦੋਂ ਅਸੀਂ ਇਹ ਵੇਖਦੇ ਹਾਂ ਕਿ ਸਾਡੀ ਭਾਰਤੀ ਅਰਥ ਵਿਵਸਥਾ ਜੋ ਫਸਟ ਕੁਆਰਟਰ ਜਿਹੜਾ ਸਾਡਾ ਨਿਕਲਿਆ ਹੈ ਉਹਦੀ GDP ਦੀ ਗਰੋਥ ਰੇਟ -23.9% ਹੈ, ਜੋ ਸਾਡੇ ਲਈ ਇੱਕ ਤਰ੍ਹਾਂ ਅਲਾਰਮਿੰਗ ਖਤਰੇ ਦੀ ਘੰਟੀ ਜਿਹੜੀ ਇਹ ਵੱਜ ਚੁੱਕੀ ਹੈ। ਚਾਹੇ ਸਾਡੀ ਸਰਕਾਰਾਂ ਨੇ ਇਸ ਸਮੇਂ ਬਹੁਤ ਹੀ ਵੱਡੇ ਰਾਹਤ ਪੈਕੇਜ 20 ਲੱਖ ਕਰੋੜ ਦੀ ਗੱਲ ਕੀਤੀ ਹੈ, ਪਰ ਜੇ ਅਸੀਂ ਗਰਾਊਂਡ ਰਿਐਲਿਟੀ ਦੇਖੀਏ ਤਾਂ ਗਰਾਊਂਡ ਰਿਐਲਿਟੀ ਦੇ ਵਿੱਚ ਗਰਾਊਂਡ ਵਰਕ ਦੀ ਗੱਲ ਕਰੀਏ, ਬਹੁਤ ਕੁਝ ਕਰਨ ਦੀ ਲੋੜ ਹੈ। ਇਸ ਸਮੇਂ ਸਾਡੀ ਅਰਥ ਵਿਵਸਥਾ ਦੇ ਵਿੱਚ ਬੇਰੁਜ਼ਗਾਰੀ ਬਹੁਤ ਜ਼ਿਆਦਾ ਵਧੀ ਹੈ, ਜੋ ਮੁਦਰਾ ਸਫੀਤੀ ਇਨਫਲੇਸ਼ਨ ਰੇਟ ਜਿਹੜੀ ਹੈ ਬਹੁਤ ਜ਼ਿਆਦਾ ਹੋਈ ਹੈ। ਬੇਰੁਜ਼ਗਾਰੀ ਜਿਹੜੀ ਹੈ ਉਹ ਸਾਰੇ ਖੇਤਰਾਂ ਵਿੱਚ ਵਧੀ ਹੈ। ਜਦੋਂ ਅਸੀਂ ਇਕਨੋਮਿਕਸ ਦੇ ਵਿੱਚ ਕਹਿੰਦੇ ਆ ਕਿ ਇਸ ਸਮੇਂ ਨੈਗੇਟਿਵ ਇਫੈਕਟ ਆਫ ਮਲਟੀਪਲਾਇਰ ਜਿਹੜਾ ਹੈ ਉਹ ਵਰਕ ਕਰ ਰਿਹਾ ਹੈ, ਕਿਉਂਕਿ ਮਲਟੀਪਲਾਇਰ ਦੇ ਜਿਹੜੇ ਹੈ ਦੋ ਪ੍ਰਭਾਵ ਹੁੰਦੇ ਆ, ਇੱਕ ਫਾਰਵਰਡ ਐਕਸ਼ਨ ਹੁੰਦਾ ਹੈ, ਇੱਕ ਬੈਕਵਰਡ ਐਕਸ਼ਨ ਹੁੰਦਾ ਹੈ। ਇਹ ਮੈਂ ਤੁਹਾਨੂੰ ਥੋੜਾ ਜਿਹਾ ਡਿਟੇਲ ਦੇ ਵਿੱਚ ਦੱਸਾਂਗਾ। ਜਿਵੇਂ ਕਿ ਅਸੀਂ ਮਲਟੀਪਲਾਇਰ ਦੇ ਵਿੱਚ ਇਹ ਕਹਿੰਦੇ ਆ, ਜੋ ਸਾਡਾ ਕੇਨਜ਼ ਇੱਕ ਪ੍ਰਸਿੱਧ ਅਰਥ ਸ਼ਾਸਤਰੀ ਹੋਇਆ ਹੈ, ਉਸ ਦੇ ਵਿਚਾਰ ਨੇ ਉਸ ਮੁਤਾਬਕ multiplier is the ratio of change in income to change in investment। ਜਦੋਂ ਅਸੀਂ ਕਿਸੇ ਵੀ ਅਰਥ ਵਿਵਸਥਾ ਦੇ ਵਿੱਚ ਇਨਵੈਸਟਮੈਂਟ ਕਰਾਂਗੇ, ਨਿਵੇਸ਼ ਕਰਾਂਗੇ, ਉਸ ਨਿਵੇਸ਼ ਦੇ ਨਾਲ ਇਨਕਮ ਦੀ ਸਿਰਜਣਾ ਹੋਵੇਗੀ, ਇਨਕਮ ਜਨਰੇਟ ਹੋਏਗੀ ਅਤੇ ਕਈ ਟਾਈਮ ਜ਼ਿਆਦਾ ਹੋਏਗੀ। ਜਿੰਨੇ ਟਾਈਮ ਇਹ ਜ਼ਿਆਦਾ ਹੋਏਗੀ ਅਸੀਂ ਉਸ ਨੂੰ ਕਹਿ ਦਿੰਦੇ ਆ ਮਲਟੀਪਲਾਇਰ। ਤੇ ਜਦੋਂ ਨਿਵੇਸ਼ ਹੁੰਦਾ ਹੈ, ਇਸ ਨਿਵੇਸ਼ ਦੇ ਨਾਲ ਕੀ ਹੋਏਗਾ ਕਿ ਰੁਜ਼ਗਾਰ ਮਿਲੇਗਾ। ਜਦੋਂ ਰੁਜ਼ਗਾਰ ਮਿਲੇਗਾ ਆਮਦਨ ਹੋਵੇਗੀ, ਆਮਦਨ ਦੇ ਨਾਲ ਹੀ ਕੀ ਹੈ ਮੰਗ ਹੋਵੇਗੀ। ਅੱਜ ਤੁਹਾਡੀ ਜੇਬ ਦੇ ਵਿੱਚ ਪੈਸਾ ਹੈ ਤਾਂ ਹੀ ਤੁਸੀਂ ਕੀ ਹੈ ਮੰਗ ਕਰੋਗੇ। ਜੇ ਤੁਹਾਡੀ ਜੇਬ ਖਾਲੀ ਹੈ ਤੁਸੀਂ ਮੰਗ ਨਹੀਂ ਕਰ ਸਕਦੇ, ਡਿਮਾਂਡ ਨਹੀਂ ਕਰ ਸਕਦੇ। ਜਦੋਂ ਡਿਮਾਂਡ ਨਹੀਂ ਹੈ ਤਾਂ ਪ੍ਰੋਡਿਊਸਰ ਜਿਹੜਾ ਹੈ ਉਹ ਕੀ ਤਿਆਰ ਕਰੇਗਾ, ਕਿਉਂਕਿ ਉਸਦੀ ਵਿਕਰੀ ਨਹੀਂ ਹੋ ਰਹੀ। ਕਿਉਂਕਿ ਕੋਈ ਵੀ ਪ੍ਰੋਡਿਊਸਰ ਜਿਹੜਾ ਹੈ ਉਹ ਸਮਾਨ ਵੇਚਣ ਲਈ ਤਿਆਰ ਕਰਦਾ, ਮੈਂ ਸਰਲ ਸ਼ਬਦਾਂ 'ਚ ਕਹਿ ਰਿਹਾ, ਨਾ ਕਿ ਬਣਾ ਕੇ ਰੱਖਣ ਨੂੰ। ਜਿਹੜੀ ਡਿਮਾਂਡ ਐਂਡ ਸਪਲਾਈ ਦੀ ਚੇਨ ਹੁੰਦੀ ਹੈ ਉਹ ਚੱਲਣੀ ਚਾਹੀਦੀ ਹੈ। ਹਾਂਜੀ ਤਾਂ ਪ੍ਰੋਡਿਊਸਰ ਬਣਾਊਗਾ। ਹਾਂ, ਉਹ ਸਪਲਾਈ ਤਾਂ ਕਰੇਗਾ ਜੇ ਅੱਗੇ ਵਿਕਣ ਹੋਊਗਾ ਪ੍ਰੋਡਕਟ। ਜੇ ਹੁਣ ਗਾਹਕਾਂ ਦੇ ਕੋਲ ਪੈਸਾ ਨਹੀਂ ਹੈ ਤਾਂ ਉਹ ਕੀ ਕਰੇਗਾ। ਤੇ ਇਹ ਜਿਹੜੀ ਹੈ ਇੰਪਲੋਇਮੈਂਟ ਜਿਹੜੀ ਹੈ ਉਹ ਹਮੇਸ਼ਾ ਹੀ ਇਕਨੋਮੀ ਦੇ ਵਿੱਚ ਕੀ ਹੈ ਪੋਜ਼ਿਟਿਵ ਐਸਪੈਕਟ ਰੱਖਦੀ ਹੈ, ਕਿਉਂਕਿ ਇਹਦਾ ਧਨਾਤਮਕ ਪ੍ਰਭਾਵ ਹੈ। ਇਹਨੇ ਇਕਨੋਮੀ ਨੂੰ ਅੱਗੇ ਲੈ ਕੇ ਜਾਣਾ ਹੈ। ਇਨਵੈਸਟਮੈਂਟ ਦੇ ਨਾਲ ਜਿੱਥੇ ਇੰਪਲੋਇਮੈਂਟ ਹੋਣੀ ਹੈ, ਇੰਪਲੋਇਮੈਂਟ ਦੇ ਨਾਲ ਇਨਕਮ ਹੈ, ਇਨਕਮ ਨਾਲ ਕੰਜ਼ੰਪਸ਼ਨ ਵਧੇਗੀ। ਜਦੋਂ ਕੰਜ਼ੰਪਸ਼ਨ ਵਧੇਗੀ ਮਤਲਬ ਕਿ ਤੁਸੀਂ ਖਰਚ ਕਰ ਰਹੇ ਹੋ, ਇੱਕ ਤਰ੍ਹਾਂ ਦੂਜੇ ਦਾ ਕੀ ਹੋ ਰਹੀ ਹੈ ਉਹ ਆਮਦਨ ਹੋ ਰਹੀ ਹੈ। ਜਦੋਂ ਉਹਦੇ ਕੋਲ ਬਾਰ-ਬਾਰ ਪੈਸਾ ਆਏਗਾ ਉਹ ਵੀ ਆਪਣਾ ਖਰਚ ਕੀ ਹੈ ਵਧਾਏਗਾ। ਇਸ ਤਰ੍ਹਾਂ ਇਕਨੋਮੀ ਕੀ ਹੈ ਚੱਲਦੀ ਹੈ। ਇਹ ਫਾਰਵਰਡ ਐਕਸ਼ਨ ਹੈ। ਹੁਣ ਬੈਕਵਰਡ ਐਕਸ਼ਨ ਕੀ ਹੈ ਕਿ ਇਕਨੋਮੀ ਦੇ ਵਿੱਚੋਂ ਇਨਵੈਸਟਮੈਂਟ ਜਾ ਰਹੀ ਹੈ, ਪੈਸਾ ਲੋਕ ਕੱਢ ਰਹੇ ਨੇ, ਹਰ ਜਿਸ ਮਾਰਕੀਟ ਪੈਸਾ ਪਿਆ ਉਹ ਕੱਢ ਰਹੇ ਨੇ। ਬਸ ਕੋਈ ਪ੍ਰੋਡਿਊਸਰ ਇਨਵੈਸਟਮੈਂਟ ਨਹੀਂ ਕਰ ਰਿਹਾ, ਇਨਵੈਸਟਮੈਂਟ नहीं है, एम्प्लॉयमेंट श्रिंक हो रही है, अनएम्प्लॉयमेंट आ रही है, अनएम्प्लॉयमेंट आ रही है, कंजम्पशन इनकम नहीं है तो कंजम्पशन नहीं है। सो इस समय साडी सरकार कहती है कि असीं जी 20 लाख करोड़ का पैकेज दिता है इकोनॉमी नूं बचाउण वास्ते।
ਤੇ ਇਹ 20 ਲੱਖ ਕਰੋੜ ਦਾ ਪ੍ਰੋਜੈਕਟ ਜਿਹੜਾ ਹੈ ਜੋ ਇਹ ਲੈ ਕੇ ਆਏ ਨੇ, ਇਹ ਕਿੱਦਾਂ ਗਰਾਊਂਡ ਵਿੱਚ ਕੰਮ ਕਰੇਗਾ। ਦੇਖੋ ਦੋ ਗੱਲਾਂ ਨੇ ਕਿ ਜਦੋਂ ਤੱਕ ਸਰਕਾਰ ਖਰਚ ਨਹੀਂ ਕਰਦੀ ਉਦੋਂ ਤੱਕ ਆਮਦਨ ਨਹੀਂ ਹੋਏਗੀ। ਮੈਂ ਇਸ ਸਰਕਾਰ ਨੂੰ ਜਾਣ ਕੇ ਕਿਹਾ, ਉਸ ਦਾ ਇੱਕ ਕਾਰਨ ਇਹ ਹੈ ਕਿਉਂਕਿ ਜਿਹੜਾ ਪ੍ਰਾਈਵੇਟ ਇਨਵੈਸਟਰ ਜਿਹੜਾ ਹੈ ਉਹਦੇ ਵਿੱਚ ਇੱਕ ਡਰ ਦਾ ਮਾਹੌਲ ਹੈ ਕਿ ਅਸੀਂ ਇਨਵੈਸਟਮੈਂਟ ਕਰ ਦਈਏ, ਕੱਲ ਨੂੰ ਬੈਂਕ ਦੀਆਂ ਕਿਸ਼ਤਾਂ ਵੀ ਦੇਣੀਆਂ ਨੇ, ਵਿਆਜ ਵੀ ਦੇਣਾ ਹੈ, ਜੇ ਪ੍ਰੋਡਕਟ ਅੱਗੋਂ ਨਾ ਵਿਕਿਆ ਫਿਰ ਕੀ ਕਰਾਂਗੇ। ਬਿਲਕੁਲ ਇਸ ਸਮੇਂ ਸਰਕਾਰ ਨੂੰ ਇਨੀਸ਼ੀਏਟ ਲੈਣਾ ਪਵੇਗਾ। ਮੰਦੀ ਦਾ ਜਦੋਂ ਵੀ ਸਮਾਂ ਹੁੰਦਾ ਹੈ, ਜਦੋਂ ਵੀ ਬੇਰੁਜ਼ਗਾਰੀ ਦਾ ਸਮਾਂ ਹੁੰਦਾ ਹੈ, ਉਸ ਸਮੇਂ ਦੇ ਵਿੱਚ ਸਰਕਾਰ ਨੂੰ ਹੀ ਪਹਿਲ ਕਦਮੀ ਕਰਨੀ ਪਵੇਗੀ। ਉਸ ਪਹਿਲ ਕਦਮੀ ਦੇ ਨਾਲ ਜਦੋਂ ਸਰਕਾਰੀ ਪ੍ਰੋਜੈਕਟ ਲੱਗਣਗੇ, ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਆਮਦਨ ਵਧੇਗੀ, ਸਰਕਾਰ ਇੱਕ ਪਲੇਟਫਾਰਮ ਬਣਾ ਕੇ ਦੇਵੇਗੀ ਤੇ ਫਿਰ ਉਸ ਦੀ ਵਰਤੋਂ ਪ੍ਰਾਈਵੇਟ ਨੇ ਕਰਨੀ ਹੈ, ਪ੍ਰਾਈਵੇਟ ਸੈਕਟਰ ਨੇ ਕਰਨੀ ਹੈ। ਕਿਉਂਕਿ ਸਾਰਾ ਕੁਝ ਅਸੀਂ ਪ੍ਰਾਈਵੇਟ ਸੈਕਟਰ ਤੇ ਨਹੀਂ ਛੱਡ ਸਕਦੇ, ਕਿਉਂਕਿ ਸਰਕਾਰ ਵੱਲੋਂ ਨਿਵੇਸ਼ ਜਦੋਂ ਕੀਤਾ ਜਾਂਦਾ ਹੈ, ਸਰਕਾਰ ਇੱਕ ਤੁਹਾਨੂੰ ਇਨਵਾਇਰਨਮੈਂਟ ਦਿੰਦੀ ਪਈ ਹੈ, ਇੱਕ ਇੰਸ਼ੋਰਟੀ ਦਿੰਦੀ ਹੈ, ਸਿਕਿਉਰਿਟੀ ਦਿੰਦੀ ਹੈ। ਜਿਵੇਂ ਆਪਾਂ ਕਹਿੰਦੇ ਆ ਕਿ ਫੋਕਲ ਪੁਆਇੰਟ ਬਣੇ ਸੀਗੇ, ਇੱਥੇ ਇੰਡਸਟਰੀ ਲਗਾਓ, ਸਪੈਸ਼ਲ ਇਕਨੋਮਿਕ ਜ਼ੋਨਸ ਬਣਾਏ ਸੀਗੇ, ਇੱਕ ਤਰ੍ਹਾਂ ਲੋਕਾਂ ਨੂੰ ਸਹੂਲਤ ਦਿੱਤੀ ਹੈ। ਕਿਉਂਕਿ ਲੋਕਾਂ ਨੂੰ ਪ੍ਰਾਈਵੇਟ ਐਂਟਰਪ੍ਰੈਨਿਓਰ ਨੇ ਜਿਹੜੀ ਇਨਵੈਸਟਮੈਂਟ ਕਰਨੀ ਹੈ ਉਹਨੂੰ ਅਸੀਂ ਕਹਿੰਦੇ ਆ ਇੰਡਿਊਸਡ ਇਨਵੈਸਟਮੈਂਟ। ਜਿਹੜਾ ਵੀ ਨਿੱਜੀ ਨਿਵੇਸ਼ਕ ਨੇ ਪੈਸਾ ਲਗਾਉਣਾ ਹੈ ਉਹ ਲਾਭ ਦੀ ਦਰ ਤੋਂ ਪ੍ਰਭਾਵਿਤ ਹੋ ਕੇ ਲਗਾਉਣਾ ਹੈ। ਬਿਲਕੁਲ। ਕਿਉਂਕਿ ਮੈਂ ਥੋੜੇ ਜਿਹੇ ਇੱਥੇ ਵਰਡ ਪੰਜਾਬੀ ਦੇ ਵੀ ਜ਼ਿਆਦਾ ਯੂਜ਼ ਕਰਦਾ ਕਿਉਂਕਿ ਤੁਹਾਡੇ ਦਰਸ਼ਕ ਬਹੁਤੇ ਪੰਜਾਬੀ ਹੋਣਗੇ ਤੇ ਨਾ ਹੀ ਉਹਨਾਂ ਨੂੰ ਕੋਈ ਬਹੁਤੀ ਹੋ ਸਕਦਾ ਕਿ ਇਕਨੋਮਿਕਸ ਦੀ ਕੋਈ ਨੌਲੇਜ ਹੋਵੇ, ਕਿ ਜਿਹੜਾ ਮਤਲਬ ਕਿ ਜਿੱਥੇ ਲਾਭ ਦਿਖਣਾ ਹੈ ਤਾਂ ਹੀ ਪ੍ਰਾਈਵੇਟ ਐਂਟਰਪ੍ਰੈਨਿਓਰ ਨੇ, ਨਿੱਜੀ ਨਿਵੇਸ਼ਕ ਨੇ ਪੈਸਾ ਲਗਾਉਣਾ ਹੈ। ਕਿਉਂਕਿ ਜ਼ਿਆਦਾਤਰ ਸਰਕਾਰੀ ਕੰਪਨੀਆਂ ਲੋਕਾਂ ਦੇ ਫਾਇਦੇ ਲਈ ਹੁੰਦੀਆਂ ਨੇ, ਨਾ ਕਿ ਲੋਕਾਂ ਤੋਂ ਪੈਸਾ ਇਕੱਠਾ ਕਰਨ ਲਈ। ਲੇਕਿਨ ਜੇ ਪ੍ਰਾਈਵੇਟ ਸੈਕਟਰ ਜਦ ਅਸੀਂ ਆਪਣੀ ਨਿੱਜੀ ਤੌਰ ਤੇ ਗੱਲ ਕਰ ਲਈ ਤਾਂ ਆਪਾਂ ਹਰ ਕੋਈ ਇਹੀ ਸੋਚਦਾ ਕਿ ਯਾਰ ਸਾਨੂੰ ਕੁਝ ਪੈਸਾ ਬਚਣਾ ਚਾਹੀਦਾ ਹੈ। ਹਾਂਜੀ, ਇਸ ਤੌਰ ਤੇ ਸਰਕਾਰ ਹੀ ਸਾਨੂੰ এনवायरमेंट ਬਣਾ ਕੇ ਦੇ ਸਕਦੀ ਹੈ, ਕਿ ਇੱਕ ਇਕੋਸਿਸਟਮ ਤਿਆਰ ਕਰਕੇ ਦੇ ਸਕਦੀ ਹੈ ਕਿ ਜਿੱਥੇ ਲੋਕੀ ਇਨਵੈਸਟ ਕਰ ਸਕਣ। ਹਾਂਜੀ, ਬਿਲਕੁਲ ਸਹੀ ਹੈ। ਕਿਉਂਕਿ ਸਰਕਾਰ ਜਦੋਂ ਕਰਦੀ ਹੈ ਨਾ ਨਿਵੇਸ਼, ਕਿਉਂਕਿ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਦੇ ਵਿੱਚ ਕੀ ਹੈ ਕਿ ਵੋਟਾਂ ਦੀ ਰਾਜਨੀਤੀ ਆਪਾਂ ਕਹਿ ਦਿੰਦੇ ਹਾਂ। ਬਿਲਕੁਲ। ਤੇ ਇਹ ਸਰਕਾਰਾਂ ਨੂੰ ਪਬਲਿਕ ਵੈਲਫੇਅਰ ਦੇ ਕੰਮ ਕਰਨੇ ਹੀ ਪੈਣਗੇ ਜੇ ਵੋਟਾਂ ਲੈਣੀਆਂ। ਕਿਉਂਕਿ ਇਕਨੋਮਿਕਸ ਤੇ ਪੋਲਿਟਿਕਸ ਇਕੱਠੇ ਚੱਲਦੇ ਆ। ਕਿਉਂਕਿ ਜੇ ਅਸੀਂ ਦੁਬਾਰਾ ਚਾਹੁੰਦੇ ਹਾਂ ਕਿ ਸਾਡੀ ਸਰਕਾਰ ਆਵੇ ਤਾਂ ਸਾਨੂੰ ਕਈ ਪ੍ਰੋਜੈਕਟ ਲਗਾਉਣੇ ਪੈਣਗੇ ਕਿ ਜਿਹਦੇ ਨਾਲ ਲੋਕਾਂ ਨੂੰ ਰੁਜ਼ਗਾਰ ਮਿਲੇ। ਕਿਉਂਕਿ ਦੇਖੋ ਵਿਰੋਧੀ ਪਾਰਟੀ ਦਾ ਕੰਮ ਹੁੰਦਾ ਹੈ ਸਰਕਾਰ ਦੀ ਆਲੋਚਨਾ ਕਰਨਾ। ਦੇਖੋ ਉਹਨਾਂ ਦਾ ਰਾਈਟ ਹੈ। ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਉਦੋਂ ਜੋ ਵਿਰੋਧੀ ਪਾਰਟੀ ਬੀਜੇਪੀ ਮੁੱਖ ਵਿਰੋਧੀ ਪਾਰਟੀ ਸੀ, ਉਹ ਇਹ ਗੱਲ ਕਹਿੰਦੀ ਸੀ ਕਿ ਮਨਰੇਗਾ ਸਕੀਮ ਜਿਹੜੀ ਹੈ ਇਹ ਗਲਤ ਹੈ, ਉਹਨਾਂ ਨੇ ਕਿਹਾ ਸੀਗਾ। ਠੀਕ ਹੈ। ਤੇ ਜਦੋਂ ਉਹ ਪਾਵਰ ਵਿੱਚ ਆ ਗਏ ਉਹਨਾਂ ਨੇ ਕਿਉਂ ਨਹੀਂ ਸਕੀਮ ਬੰਦ ਕੀਤੀ? ਉਲਟਾ ਉਸ ਸਕੀਮ ਨੂੰ ਵਧਾ ਰਹੇ ਨੇ। ਕਿਉਂ ਵਧਾ ਰਹੇ ਨੇ? ਕਿਉਂਕਿ ਦੇਖੋ ਇੱਕ ਗੱਲ ਹੈ ਕਿ ਇਹ ਪੋਲੀਟੀਕਲ ਇਸ਼ੂ ਹੋਰ ਹੁੰਦਾ ਹੈ ਤੇ ਗਰਾਊਂਡ ਰਿਐਲਿਟੀ ਹੋਰ ਹੁੰਦੀ ਹੈ। ਇੱਥੇ ਮੈਂ ਥੋੜੀ ਗੱਲ ਹੋਰ ਕਰਨਾ ਚਾਹੁੰਦਾ ਕਿ ਜਦੋਂ 1991 ਦੇ ਵਿੱਚ ਸਾਡੀ ਭਾਰਤੀ ਅਰਥ ਵਿਵਸਥਾ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ, ਵਰਲਡ ਬੈਂਕ ਦਾ ਸਾਡੇ ਤੇ ਬਿਲਕੁਲ ਫੇਥ ਨਹੀਂ ਰਿਹਾ ਸੀਗਾ ਤੇ ਸਾਨੂੰ ਕੀ ਕਰਨਾ ਪਿਆ ਉਸ ਸਮੇਂ ਜਦੋਂ ਸਾਡਾ ਵਿੱਤੀ ਘਾਟਾ, ਫਿਸਕਲ ਡੈਫਿਸਿਟ ਜਿਹੜਾ ਸੀਗਾ, ਰਾਜਕੋਸ਼ੀ ਘਾਟਾ ਜਿਹੜਾ ਸੀ ਬਹੁਤ ਜ਼ਿਆਦਾ ਵੱਧ ਗਿਆ ਸੀਗਾ। ਉਸ ਸਮੇਂ ਸਰਕਾਰ ਨੇ ਡਾਕਟਰ ਮਨਮੋਹਨ ਸਿੰਘ ਨੂੰ ਐਜ਼ ਏ ਫਾਈਨਾਂਸ ਮਿਨਿਸਟਰ ਕੀ ਹੈ ਲੈ ਕੇ ਆਉਂਦਾ, ਉਹਨੂੰ ਅਪਾਇੰਟ ਕੀਤਾ। ਦੇਖੋ ਨੌਨ ਪੋਲੀਟੀਸ਼ੀਅਨ ਬੰਦਾ ਹੈ ਡਾਕਟਰ, ਇਹ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਇੱਕ ਨੌਨ ਪੋਲੀਟੀਸ਼ੀਅਨ ਬੰਦਾ ਜਿਹੜਾ ਹੈ ਉਹ ਭਾਰਤ ਦਾ ਪ੍ਰਧਾਨ ਮੰਤਰੀ ਵੀ ਬਣਿਆ। 2 ਵਾਰੀ ਚੁਣ ਕੇ ਵੀ ਆਏ। ਹਾਂਜੀ, ਚਾਹੇ ਉਹਨਾਂ ਨੇ ਕੋਈ ਐਮਸੀ ਦੀ ਇਲੈਕਸ਼ਨ ਨਹੀਂ ਜਿੱਤੀ ਹੈਗੀ। ਬਿਲਕੁਲ, ਇਲੈਕਸ਼ਨ ਇੱਥੇ ਕੋਈ ਖੜੇ ਵੀ ਨਹੀਂ ਹੋਏ ਸੀਗੇ ਉਸ ਟਾਈਮ। ਇਹ ਰਾਜ ਸਭਾ ਦੇ ਮੈਂਬਰ ਹੀ ਬਣਦੇ ਰਹੇ ਨੇ। ਰਾਜ ਸਭਾ ਵੀ ਹੈਡ ਆਫ ਦੀ ਸਟੇਟ ਤੋਂ ਵੱਲੋਂ ਬਣਾਈ ਜਾਂਦੀ, ਪ੍ਰੈਜ਼ੀਡੈਂਟ ਵੱਲੋਂ ਬਣਾਈ ਜਾਂਦੀ ਸੀ। ਨਹੀਂ, ਇਹ ਰਾਜ ਸਭਾ ਦਾ ਮੈਂਬਰ ਹੁੰਦਾ ਹੈ, ਜਿਵੇਂ ਐਮਐਲਏ ਵਗੈਰਾ ਜਿੱਥੇ ਉਹ ਹੁੰਦੀਆਂ ਨੇ, ਵੋਟਾਂ ਪੈਂਦੀਆਂ ਨੇ, ਉਸ ਮੁਤਾਬਕ ਇਹ ਇਲੈਕਟ ਹੋ ਜਾਂਦੇ ਨੇ ਜੀ। ਇਹ ਨਹੀਂ ਸਪੈਸ਼ਲ ਅਧਿਕਾਰਾਂ ਵਿੱਚੋਂ ਚੁਣ ਕੇ ਆਏ ਸੀ। ਹਾਂ, ਐਮਪੀ ਰਾਜ ਸਭਾ ਦਾ ਮੈਂਬਰ ਜਿਹੜਾ ਐਮਪੀ ਜਿਹੜੇ ਨੇ, ਕਿਉਂਕਿ ਜਿਹੜਾ ਲੋਕ ਸਭਾ ਦਾ ਮੈਂਬਰ ਪਾਰਲੀਮੈਂਟ ਹੁੰਦਾ ਉਹ ਲੋਕਾਂ ਨੇ ਚੁਣਨਾ ਹੁੰਦਾ
ਜਿਹੜਾ ਰਾਜ ਸਭਾ ਦਾ ਮੈਂਬਰ ਹੈਗਾ, ਪਾਰਲੀਮੈਂਟ ਜਿਹੜਾ ਹੈਗਾ, ਉਹ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀਆਂ ਨੇ ਅੱਗੋਂ ਵੋਟ ਪਾ ਕੇ ਚੁਣਨਾ ਹੈ। ਹੁਣ ਉਹਨਾਂ ਨੂੰ ਪਤਾ ਸੀਗਾ ਕਿ ਚਲੋ ਇੱਥੇ ਮੇਰੀਆਂ ਸੀਟਾਂ ਹੈਗੀਆਂ ਨੇ, ਅਸੀਂ ਇਹਨੂੰ ਚੁਣ ਦੇਣਾ ਹੈ। ਜਿਸ ਪਾਰਟੀ ਕੋਲ ਬਹੁਮਤ ਹੋਏਗਾ ਜਾਂ ਜਿਸ ਪਾਰਟੀ ਸੀਟਾਂ ਇੰਨੀਆਂ ਹੋਣਗੀਆਂ, ਪਤਾ ਹੁੰਦਾ ਕਿ ਇਹ ਸਾਡਾ ਇਹਨਾਂ ਪ੍ਰਪੋਰਸ਼ਨੇਟ ਬਣਦਾ ਹੈ, ਇਹ ਸਾਨੂੰ ਸੀਟ ਇੰਨੀ ਸਾਡੀ ਕੀ ਸਿਕਿਉਰ ਹੀ ਹੈ। ਤੇ ਡਾਕਟਰ ਮਨਮੋਹਨ ਸਿੰਘ ਨੇ, ਜਦੋਂ ਮੈਂ ਗੱਲ, ਕਿਉਂਕਿ ਇੱਥੇ ਮੇਰੀ ਆ ਰਹੀ ਹੈ ਕਿ ਡਾਕਟਰ ਮਨਮੋਹਨ ਸਿੰਘ ਨੇ ਬਜਟ ਪੇਸ਼ ਕੀਤਾ ਤੇ ਉਦੋਂ ਆਪਣੇ ਸਵਰਗੀ ਜਿਹੜੇ ਹੈਗੇ ਨੇ ਅਟਲ ਬਿਹਾਰੀ ਵਾਜਪੇਈ ਜੀ, ਉਹ ਵਿਰੋਧੀ ਧਿਰ ਦੇ ਵਿੱਚ ਸੀਗੇ ਤੇ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਦੀ ਬਜਟ ਦੀ ਆਲੋਚਨਾ ਕੀਤੀ। ਉਹਨਾਂ ਨੇ ਬਹੁਤ ਮਤਲਬ ਕਿ ਬਜਟ ਬਾਰੇ ਦੱਸਿਆ ਜਾਂ ਨੈਗੇਟਿਵ ਪੁਆਇੰਟ ਇਹਦੇ ਕੀ ਨੇ। ਤੇ ਡਾਕਟਰ ਮਨਮੋਹਨ ਸਿੰਘ ਨਿਰਾਸ਼ ਹੋ ਗਏ ਤੇ ਡਾਕਟਰ ਮਨਮੋਹਨ ਸਿੰਘ ਨੇ ਪੀਵੀ ਨਰਸਿਮਹਾ ਰਾਓ ਨੂੰ ਕਹਿ ਦਿੱਤਾ ਕਿ ਮੈਂ ਫਾਈਨਾਂਸ ਮਿਨਿਸਟਰ ਤੋਂ ਮੈਂ ਅਸਤੀਫਾ ਦੇਣ ਲੱਗਾ। ਅੱਛਾ। ਤੇ ਵਾਜਪੇਈ ਜੀ ਨੇ ਜਦੋਂ ਪਤਾ ਲੱਗਿਆ ਕਿ ਮਨਮੋਹਨ ਸਿੰਘ ਨੂੰ ਡਾਕਟਰ ਸਾਹਿਬ ਜਿਹੜੇ ਨੇ ਉਹ ਅਸਤੀਫਾ ਦੇਣ ਲੱਗੇ ਨੇ, ਤਾਂ ਵਾਜਪੇਈ ਸਾਹਿਬ ਨੇ ਡਾਕਟਰ ਮਨਮੋਹਨ ਸਿੰਘ ਜੀ ਨੂੰ ਖੁਦ ਫੋਨ ਕੀਤਾ, ਕਹਿੰਦੇ ਤੁਸੀਂ ਜੋ ਪੇਸ਼ ਕੀਤਾ ਵਧੀਆ ਕੀਤਾ, ਤੁਸੀਂ ਜੋ ਕੰਮ ਕੀਤਾ ਠੀਕ ਕਰ ਰਹੇ ਹੋ, ਅਸੀਂ ਵਿਰੋਧੀ ਪਾਰਟੀ ਵਾਲੇ ਆ, ਸਾਡਾ ਕੰਮ ਹੀ ਆਲੋਚਨਾ ਕਰਨਾ ਹੈ। ਅੱਛਾ। ਇਸ ਕਰਕੇ ਜਿਹੜੀਆਂ ਸਕੀਮਾਂ ਹੁੰਦੀਆਂ ਨੇ, ਕੋਈ ਵੀ ਸਰਕਾਰ ਆਏਗੀ, ਅੱਜ A ਸਰਕਾਰ ਹੈ, ਕੱਲ ਨੂੰ B ਆਏਗੀ, ਕੱਲ ਨੂੰ C ਆਏਗੀ, ਲੋਕ ਭਲਾਈ ਦੇ ਜਿਹੜੇ ਕਾਰਜ ਜਿਹੜੇ ਚਲਾਏ ਗਏ ਨੇ ਉਹ ਇਦਾਂ ਹੀ ਚੱਲਦੇ ਰਹਿਣਗੇ। ਠੀਕ ਹੈ, ਜਿਹੜੀ ਵਿਰੋਧੀ ਧਿਰ ਦਾ ਕੰਮ ਆਪਣਾ ਨਿਭਾ ਰਹੀ ਨੇ। ਹਾਂ, ਉਹ ਵਿਰੋਧੀ ਧਿਰ ਨੇ ਆਪਣਾ ਕੰਮ ਨਿਭਾਉਣਾ ਹੈ, ਆਲੋਚਨਾ ਕਰਨੀ ਹੈ, ਕਿਉਂਕਿ ਜਦੋਂ ਕੀਮਤਾਂ ਵਧਣਗੀਆਂ ਤਾਂ ਵਿਰੋਧੀ ਧਿਰ ਨੇ ਰੋਲਾ ਪਾਉਣਾ ਹੈ। ਬੇਰੁਜ਼ਗਾਰੀ ਜਦੋਂ ਆਏਗੀ ਤਾਂ ਵਿਰੋਧੀ ਧਿਰ ਦਾ ਕੰਮ ਹੀ ਹੈ ਕਿ ਉਹਨਾਂ ਨੇ ਰੋਲਾ ਪਾਉਣਾ ਹੈ, ਸਰਕਾਰ ਨੂੰ ਜਾਗਰੂਕ ਕਰਨਾ ਵੀ ਤੁਹਾਡੇ ਆ ਚੱਲ ਰਿਹਾ ਕਾਰਜਾਂ ਦੇ ਕੁਝ ਸੁਧਾਰੋ। ਹਾਂ, ਸੁਧਾਰੋ। ਤੇ ਇਹ ਜਿਹੜੀ ਚੀਜ਼ਾਂ ਨੇ ਸਾਡੇ ਸਾਹਮਣੇ ਇਸ ਸਮੇਂ ਇੱਕ ਬੇਰੁਜ਼ਗਾਰੀ ਬਹੁਤ ਵੱਡਾ ਮੁੱਦਾ ਆ ਗਈ ਹੈ। ਇਹ ਪੂਰੇ ਵਿਸ਼ਵ ਅਰਥ ਵਿਵਸਥਾ ਦੀ ਗੱਲ ਹੈਗੀ ਹੈ, ਕਿਉਂਕਿ ਆ ਕੋਵਿਡ ਦੇ ਸਮੇਂ ਦੇ ਦੌਰਾਨ ਕੀ ਹੋਇਆ ਕਿ ਜਦੋਂ ਫੈਕਟਰੀਆਂ ਬੰਦ ਨੇ, ਛੋਟਾ ਟਰੇਡਰ ਜਿਹੜਾ ਉਹ ਕਿੱਦਾਂ ਰੁਜ਼ਗਾਰ ਦੇ ਦੇਗਾ, ਕਿੱਦਾਂ ਸਭ ਮਤਲਬ ਕਿ ਉਹਨਾਂ ਨੂੰ ਸੈਲਰੀ ਵੇਜਸ ਦੇ ਦੇਗਾ, ਜੋ ਤਨਖਾਹ ਦੇਣੀ ਹੈ ਉਹ ਕਾਮਿਆਂ ਨੂੰ ਕਿਸ ਤਰ੍ਹਾਂ ਦਾ ਦੇ ਦੇਵੇਗਾ। ਇਹ ਬਹੁਤ ਵੱਡੀ ਗੱਲ ਹੈ, ਨਹੀਂ ਪੈਣਗੇ ਹੁੰਦੇ। ਤੇ ਹੁਣ ਇਹ ਸਮਾਂ ਇੱਕ ਤਾਂ ਹੈ, ਦੂਜੇ ਪਾਸੇ ਕੀ ਹੋਇਆ ਕਿ ਸਾਡੇ ਇੱਥੇ ਇਨਫਲੇਸ਼ਨ ਹੋਈ ਹੈ। ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਨਾ ਕਿ ਵੀ ਹੁਣ ਸਮਾਂ ਜਿਹੜਾ ਟਫ ਸਿਚੁਏਸ਼ਨ ਚੱਲਦੀ ਪਈ ਹੈ, ਕਿ ਲੋਕ ਜਿਹੜੇ ਨੇ, ਲੋਕਾਂ ਦੇ ਵਿੱਚ ਭੈ ਭੀਤ ਦਾ ਮਾਹੌਲ ਹੈ, ਤਾਂ ਕੁਝ ਬੰਦੇ ਜਿਹੜੇ ਨੇ ਉਹ ਆਪਣੇ ਨਿੱਜੀ ਹਿੱਤ ਨੂੰ ਅੱਗੇ ਰੱਖ ਕੇ ਕੀ ਕਰਦੇ ਨੇ ਕਿ ਉਹ ਬਲੈਕ ਮਾਰਕੀਟਿੰਗ ਵੱਲ ਵਧਦੇ ਨੇ ਜਾਂ ਆਰਟੀਫੀਸ਼ੀਅਲ ਸਕੇਅਰਸਿਟੀ मतलब कि क्रिएट कर दिंदे आ कि लगे कि वस्तु दी मतलब कि है नहीं, सप्लाई नहीं है ते फिर की हुंदा है, कीमतां वधन गईयां, कीमतां वध जाणीआं, क्योंकि जदों मतलब कि आ चीज़ां हुंदियां ने, समा आउंदा है ते इन्फ्लेशन होनी है। ਜਦੋਂ ਤੁਹਾਨੂੰ ਯਾਦ ਹੋਣਾ ਹੈ ਕਿ ਸਰਕਾਰ ਨੇ ਨੋਟਬੰਦੀ ਕੀਤੀ ਸੀਗੀ, ਉਸ ਟਾਈਮ ਡਿਮਾਂਡ ਵੱਧ ਗਈ ਸੀਗੀ ਕੁਝ ਤੇ ਡਿਮਾਂਡ ਜਦੋਂ ਮਤਲਬ ਕਿ ਕਹਿਤਾ ਕਿ ਸਰਕਾਰ ਨੇ ਨੋਟਬੰਦੀ ਕੀਤੀ ਕਿ ਅਸੀਂ ਆ 12 ਵਜੇ ਤੋਂ ਬਾਅਦ ਇਹ ਨੋਟ ਵੈਲਿਡ ਨਹੀਂ ਹੋਣਗੇ। ਤੁਸੀਂ ਵੀ ਸਮਾਂ ਵੀ ਤੁਹਾਨੂੰ ਦਿੱਤਾ ਸੀਗਾ, ਜੇ ਤੁਹਾਡੇ ਕੋਲ 500 ਦਾ ਨੋਟ ਹੈ, 1000 ਦਾ ਨੋਟ ਹੈ, ਤੁਸੀਂ ਇਹਨਾਂ ਨੋਟਾਂ ਨੂੰ ਕੀ ਬਦਲਾ ਸਕਦੇ ਹੋ। ਸਰਕਾਰ ਨੇ ਸਮਾਂ ਦਿੱਤਾ ਸੀਗਾ, ਪਰ ਲੋਕਾਂ ਨੇ ਕੀ ਕੀਤਾ ਤੇ ਉਸ ਸਮੇਂ ਦਿੱਲੀ ਦੇ ਵਿੱਚ ਤੁਹਾਨੂੰ ਪਤਾ ਹੋਵੇਗਾ ਨਮਕ ਦੀ ਜਿਹੜੀ 16 ਰੁਪਏ ਦੀ ਥੈਲੀ ਵੀ ਵਿਕੀ ਸੀਗੀ, 2-2 250 ਦੀ ਵਿਕੀ ਸੀਗੀ, ਇੰਨੀ ਮਹਿੰਗੀ ਵਿਕੀ ਸੀਗੀ। ਹਾਂਜੀ, ਇਹ ਮੈਂ ਉਦੋਂ ਸਰਹੰਦ ਸੀਗਾ, ਈਜ਼ੀ ਡੇ ਦੇ ਵਿੱਚ ਮੈਂ ਨੈਕਸਟ ਡੇ ਮੈਂ ਲੈਣ ਗਿਆ ਨਮਕ ਦੀ ਥੈਲੀ ਲੈ, ਜਦੋਂ ਮੈਂ ਪ੍ਰੋਡਕਟ ਵਗੈਰਾ ਬਾਈ ਕੀਤੇ ਤੇ ਉਹਨੇ ਦੱਸਿਆ, ਉਹ ਕਹਿੰਦਾ ਵੀ ਮੈਂ ਦਿੱਲੀ ਤੋਂ ਆਇਆ, ਮੈਂ ਰਾਤ ਉੱਥੇ ਫੋਨ ਕੀਤਾ ਦਿੱਲੀ ਵੀ ਨੋਟਬੰਦੀ ਹੋ ਗਈ ਹੈ, ਤੇ ਕਹਿੰਦੇ ਸਾਡੇ ਘਰ ਦੇ ਖੁਦ ਜੋ ਈਜ਼ੀ ਡੇ ਦੇ ਵਿੱਚ ਇੰਪਲਾਈ ਸੀ, ਕਿਉਂਕਿ ਉਹ ਚਾਹੇ ਸਰਹੰਦ ਦੀ ਬ੍ਰਾਂਚ 'ਚ ਕੰਮ ਕਰ ਰਿਹਾ ਸੀਗਾ, ਤੇ ਉਹ ਕਹਿੰਦਾ ਦਿੱਲੀ ਵੇਲੇ ਕਹਿੰਦਾ ਸਾਡੀ ਦਿੱਲੀ ਦੇ ਵਿੱਚ ਵੀ 250 ਰੁਪਏ ਨੂੰ ਨਮਕ ਦੀ ਥੈਲੀ 1 ਕਿਲੋ ਦੀ ਵਿਕੀ ਹੈ। ਇੰਨੀ ਮਹਿੰਗੀ ਵਿਕੀ ਹੈ ਕਿਉਂਕਿ ਡਰ ਦਾ ਮਾਹੌਲ, ਡਰ ਸੀ, ਲੋਕਾਂ ਕੋਲ ਨੋਟ ਜ਼ਿਆਦਾ ਸੀਗੇ, ਉਹਨੇ ਕਹਿੰਦੇ ਕਦੇ ਵਰਤ ਲਈਏ, ਹੋਰ ਨਾ ਕਿ ਕੱਲ ਇਹ ਜਮਾ ਵੀ ਨਾ ਕਰਾ ਹੋਣ। ਤੇ ਇਹ ਇਨਫਲੇਸ਼ਨ ਦੇ ਕਾਰਨ ਨਾਲ ਮੁਦਰਾਸਫੀਤੀ ਆ ਜਾਂਦੀ ਹੈ। ਕਿਉਂਕਿ ਇੱਕ ਹੋਰ ਦੱਸਦਾ ਹੈ, ਆ ਜਦੋਂ ਆ ਲੋਕਡਾਊਨ ਲੱਗਿਆ ਸੀਗਾ ਇਸ ਸਮੇਂ ਦੇ ਵਿੱਚ, ਤੇ ਮੈਂ ਦੇਖ ਕੇ ਹੈਰਾਨ ਹੋ ਗਿਆ ਕਿ ਜਦੋਂ ਤੋਂ ਸਾਰੇ ਜਾਣੇ ਸਮਾਨ ਲੈਣ ਗਏ ਨੇ, ਗਰੋਸਰੀ ਲੈਣ ਗਏ ਨੇ, ਉਹ ਗਰੋਸਰੀ ਜਿਹੜੀ ਸੀ ਕਈਆਂ ਨੇ, ਇੱਕ ਲੇਡੀ ਮੈਂ ਦੇਖੀ ਕਿ ਨਮਕ ਦੀਆਂ 10 ਥੈਲੀਆਂ ਜਿਹੜੀਆਂ ਉਹ ਇਕੱਠੀਆਂ ਬਾਏ ਕਰ ਰਹੀ ਹੈ।
ਉਹ ਕਿਉਂ? ਅੱਛਾ, ਉਹ ਕਹਿੰਦੇ ਲੋਕਡਾਊਨ ਪਤਾ ਨੀ ਕਿੰਨੇ ਟਾਈਮ ਤੱਕ ਕਦੇ ਚੱਲਣਾ ਹੋਊਗਾ। ਹਾਂ ਵੀ ਇਹ ਪਤਾ ਨਹੀਂ, ਚੱਲਿਆ ਵੀ ਐਕਚੁਅਲੀ ਐਵੇਂ। ਪਰ ਜੇ ਦੇਖਿਆ ਜਾਵੇ ਨਮਕ ਦੀ ਖਪਤ ਕਿੰਨੀ ਕੁ ਹੈ? ਕਿੰਨੀ ਮਨੇ ਮਸੀਂ ਮਹੀਨੇ ਦਾ ਮੈਂ ਹਜੇ ਪਹਿਲਾਂ ਤੇ ਜੇ ਪਰਿਵਾਰ ਦੇ 4 ਜੀ ਹੁਣ ਤਾਂ ਤੇ ਕਈ ਪਰਿਵਾਰਾਂ ਦੇ ਵਿੱਚ 2 ਮਹੀਨੇ ਵੀ ਲੱਗ ਜਾਂਦਾ ਹੈ। ਲੱਗ ਜਾਂਦੇ, ਛੋਟੇ ਫੈਮਿਲੀ ਹੋਵੇ ਤਾਂ। ਠੀਕ ਹੈ, ਪਰ 10 ਥੈਲੀ ਮਤਲਬ ਕਿ ਤੁਸੀਂ ਉਹ ਪਰਿਵਾਰ ਵੀ ਛੋਟਾ ਉਹਨਾਂ ਦਾ 10 ਮਹੀਨੇ ਤੁਸੀਂ ਪਹਿਲਾਂ ਤੋਂ ਕੀ ਹੈ ਪ੍ਰਬੰਧ ਕਰ ਰਹੇ ਹੋ ਤੇ ਜੋ ਹੈ ਬਸ ਚੀਜ਼ ਸਟੋਰ ਕਰ ਲਈਏ, ਓਵਰ ਕੰਜ਼ੰਪਸ਼ਨ ਕਰਨਾ ਪਿਆ। ਹਾਂ ਬਾਹਰਲੇ ਮੁਲਕਾਂ 'ਚ ਇਹੀ ਚੀਜ਼ ਹੋਈ ਹੈ ਜਿੱਥੇ ਕਿ ਸਟੋਰਾਂ ਦੇ ਸਟੋਰ ਖਾਲੀ ਕਰਕੇ ਲੋਕਾਂ ਨੇ। ਹਾਂਜੀ, ਕਿਉਂਕਿ ਲੋਕ ਜਿਹੜੇ ਨੇ ਘਰੋਂ ਡਰ ਜਾਂਦੇ ਨੇ ਤੇ ਇਸ ਮੌਕੇ ਦਾ ਫਿਰ ਕੈਸ਼ ਕੌਣ ਕਰਨਾ ਚਾਹੁੰਦਾ ਹੈ? ਉਹਨਾਂ ਨੇ ਕਹਿਣਾ ਕਿ ਹੈ ਨਹੀਂ ਜੀ ਪਿੱਛੋਂ, ਤੇ ਆਹ ਫਿਰ ਚੀਜ਼ਾਂ ਦਾ ਜੋ MRP ਜੋ ਹੈ ਉਹ MRP ਤੋਂ ਵੀ ਵੱਧ ਮਿਲਦਾ ਹੈ। ਇਸ ਤੋਂ ਇਲਾਵਾ ਫਿਰ ਬਾਅਦ ਜਿਹੜੀ ਸਬਜ਼ੀਆਂ ਜਿਹਦਾ ਹੈਗਾ, ਪਿਆਜ਼ ਮਹਿੰਗੀ ਹੋ ਗਈ ਸੀ, ਹਰ ਚੀਜ਼ ਮਹਿੰਗੀ ਹੋਈ ਹੈ। ਸੋ ਜਿਹੜੀ ਆਹ ਕੋਵਿਡ ਦਾ ਟਾਈਮ ਚੱਲਦਾ ਪਿਆ, ਇਸ ਸਮੇਂ ਦੇ ਵਿੱਚ ਇਨਫਲੇਸ਼ਨ ਦੀ ਬੜੀ ਵੱਡੀ ਸਮੱਸਿਆ ਸਾਹਮਣੇ ਆਈ ਹੈ ਉੱਭਰ ਕੇ, ਤੇ ਗਰੀਬੀ ਤਾਂ ਹੈ, ਫਾਰਮਿੰਗ ਐਕਟੀਵਿਟੀਜ਼ ਵੀ ਜਿਹੜੀਆਂ ਹੈਗੀਆਂ ਨੇ ਉਹ ਸਾਡੀਆਂ ਬੜੀਆਂ ਸਮੱਸਿਆਵਾਂ 'ਚ ਗੁਜ਼ਰਦੀ ਪਈ ਹੈ। ਇਹ ਇੱਦਾਂ ਕਈ ਮੁੱਦੇ ਨੇ। ਹੁਣ ਜੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਚਾਹੇ ਤਾਂ ਇਸ ਸਮੱਸਿਆ ਨੂੰ ਕੀ ਹੈ ਹੱਲ ਕਰ ਸਕਦੀ ਹੈ, ਉਸ ਦੇ ਲਈ ਕੀ ਕੀਤਾ ਜਾ ਸਕਦਾ ਹੈ ਕਿ ਸਰਕਾਰ ਖੁਦ ਨਿਵੇਸ਼ ਕਰੇ ਤੇ ਜਿਹੜੇ ਛੋਟੇ ਟਰੇਡਰ ਨੇ, ਛੋਟੇ ਵਪਾਰੀ ਨੇ, ਜੋ ਨੇ ਛੋਟੇ ਵਪਾਰੀਆਂ ਨੂੰ ਸਹੂਲਤਾਂ ਦੇਵੇ। ਜੋ ਸਮਾਲ ਐਂਡ ਕਾਟੇਜ ਇੰਡਸਟਰੀ ਹੁੰਦੀ ਹੈ ਉਸ ਇੰਡਸਟਰੀ ਵੱਲ ਧਿਆਨ ਦੇਵੇ। ਜੋ ਮਤਲਬ ਕਿ ਜਦੋਂ ਤੱਕ ਅਸੀਂ ਛੋਟੇ ਲੈਵਲ ਤੱਕ ਨਹੀਂ ਪਹੁੰਚਦੇ, ਛੋਟੇ ਕਿਸਾਨਾਂ ਨੂੰ ਨਹੀਂ ਬਚਾਉਂਦੇ, ਛੋਟੇ ਵਪਾਰੀਆਂ ਨੂੰ ਨਹੀਂ ਬਚਾਉਂਦੇ, ਉਦੋਂ ਤੱਕ ਸਾਡੀ ਇਕਨੋਮੀ ਦਾ ਭਲਾ ਨਹੀਂ ਹੋ ਸਕਦਾ। ਕਿਉਂਕਿ ਵੱਡੀਆਂ ਮੱਛੀਆਂ ਜਿਹੜੀਆਂ ਨੇ ਉਹ ਛੋਟੀਆਂ ਮੱਛੀਆਂ ਖਾ ਜਾਂਦੀਆਂ, ਇਹ ਕਹਾਵਤ ਹੈ। ਹੁਣ ਇਹ ਵੇਖੋ ਕਿ ਇੱਕ ਪਾਸੇ ਸਾਡੀ GDP ਜਿਹੜੀ ਹੈ ਉਹ -23.9% ਹੈ। ਰਿਲਾਇੰਸ ਕਿਵੇਂ ਪੈਸਾ ਕਮਾ ਤੇ ਜਿੰਨਾ ਉਹ -23.9% ਹੈ, ਤੇ ਉਧਰ 35% ਦੇ ਕੋਈ ਆਈ ਥਿੰਕ ਡਾਟਾ ਆਇਆ ਕਿ ਉਹਦੀ ਗਰੋਥ ਨਹੀਂ ਹੋਈ ਹੈ। ਤੇ ਵਿਸ਼ਵ ਦੇ ਜਿਹੜੇ ਚੋਟੀ ਦੇ ਅਮੀਰ ਨੇ ਉਹਨਾਂ ਦੇ ਸ਼ਾਮਿਲ ਹੋ ਰਿਹਾ ਮੰਨ। ਸਰਕਾਰ ਜਿਹੜੀਆਂ ਨੇ ਨਾ ਇਹ ਗੱਲ ਮੰਨਣੀ ਪਵੇਗੀ ਕਿ ਇਹ ਕਾਰਪੋਰੇਟ ਸੈਕਟਰ ਜਿਹੜਾ ਹੈ ਪੋਲੀਟੀਕਲ ਪਾਰਟੀਆਂ ਨੂੰ ਫੰਡ ਦਿੰਦਾ ਹੈ ਤੇ ਆਪਣੇ ਮੁਤਾਬਕ ਨੀਤੀ ਵੀ ਬਣਵਾਉਂਦਾ ਹੈ। ਇਹ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਜੋ ਅੱਜਕੱਲ੍ਹ ਕਿਸਾਨ ਕਰ ਰਹੇ ਨੇ, ਰੈਲੀ ਕਰ ਰਹੇ ਨੇ ਕਿ ਕਾਰਪੋਰੇਟ ਸੈਕਟਰ ਸਾਨੂੰ ਖਾ ਜਾਣਗੇ, ਸਾਡੀ ਕਿਸਾਨ ਖਤਮ ਕਰ ਦੇਣਗੇ, ਤਾਂ ਉਹ ਤੇ ਤੱਕ ਗੱਲ ਸਹੀ ਵੀ ਹੈ। ਦੇਖੋ ਇੱਕ ਗੱਲ ਹੈ, ਦੇਖੋ ਪਹਿਲਾਂ ਜੀਓ ਦਾ ਸਿਮ ਆਇਆ ਸੀਗਾ, ਜੀਓ ਨੇ ਫ੍ਰੀ ਸਿਮ ਦਿੱਤਾ, ਉਹਨੂੰ ਫ੍ਰੀ ਡਾਟਾ ਦਿੱਤਾ, ਉਹਨੂੰ ਅਨਲਿਮਿਟਿਡ ਕਾਲ ਦਿੱਤੀਆਂ, ਪਰ ਜਦੋਂ ਮਤਲਬ ਕਿ ਸਮਾਂ ਬੀਤਿਆ ਉਹਨਾਂ ਨੇ ਤੁਹਾਡੇ ਕੋਲੋਂ ਮੋਟੀ ਰਕਮ ਵਸੂਲਦੇ ਪਏ ਨੇ। ਹੁਣ ਉਹ ਤੇ ਜਦੋਂ ਤੁਸੀਂ ਕਿਸੇ ਚੀਜ਼ ਦੀ ਯੂਜ਼ ਟੂ ਹੋ ਜਾਓ ਤੇ ਤੁਸੀਂ ਜਿਹੜੇ ਹੈਗੇ ਉਹ ਚੀਜ਼ ਨਹੀਂ ਬਦਲ ਸਕਦੇ, ਚਾਹ ਕੇ ਵੀ ਨਹੀਂ ਬਦਲ ਸਕਦੇ। ਚਾਹੇ ਸਰਕਾਰਾਂ ਨੇ ਤੁਹਾਨੂੰ ਪੋਰਟੇਬਿਲਿਟੀ ਦਾ ਦਿੱਤਾ ਹੈ ਪਰ ਫਿਰ ਵੀ ਤੁਸੀਂ ਨਹੀਂ ਬਦਲ ਰਹੇ। ਇਸੇ ਤਰੀਕੇ ਦੇ ਨਾਲ ਜਦੋਂ ਇਹਨਾਂ ਵੱਡੀਆਂ ਫਰਮਾਂ ਨੇ ਇੱਕ ਵਾਰ ਤੁਹਾਨੂੰ ਪੈਸਾ ਕਿਸਾਨਾਂ ਨੂੰ ਦੇ ਦੇਣੇ ਆ, ਬਾਅਦ ਵਿੱਚ ਕਹਿਣੇ ਆ ਵੇਚਣੀ ਫਸਲ ਵੇਚੋ, ਨਹੀਂ ਵੇਚਣੀ ਨਾ ਵੇਚੋ। ਇੱਕ ਛੋਟਾ ਕਿਸਾਨ ਵਨ ਨੇਸ਼ਨ ਵਨ ਮਾਰਕੀਟ ਦੀ ਗੱਲ ਕੀਤੀ ਜਾ ਰਹੀ ਹੈ, ਉਹ ਕਿੱਥੇ ਜਾ ਕੇ ਇੱਕ ਛੋਟਾ ਕਿਸਾਨ ਜਿਹੜਾ 2 ਕਿੱਲੇ ਵਾਲਾ, 1 ਕਿੱਲੇ ਵਾਲਾ ਵੀ ਕਿਸਾਨ ਬਹੁਤ ਨੇ ਸਾਡੇ ਸਮਾਲ ਫਾਰਮਰ, ਮਾਰਜਨ ਫਾਰਮਰ ਬਹੁਤ ਜ਼ਿਆਦਾ ਨੇ। ਉਹ ਸਮਾਲ ਫਾਰਮਰਸ ਤੇ ਮਾਰਜਨ ਫਾਰਮਰਸ ਕਿੱਦਾਂ ਅਫੋਰਡ ਕਰਨਗੇ, ਇਹ ਉਹਨਾਂ ਦੇ ਲਈ ਬਹੁਤ ਚਿੰਤਾ ਹੈ। ਇਸ ਕਰਕੇ ਉਹਦੀ ਆਲੋਚਨਾ ਕਰਦੇ ਪਏ ਨੇ, ਗੱਲ ਹੋਰ ਕੋਈ ਨਹੀਂ ਹੈ। ਇਹ ਸਮਾਜ ਸਾਡੇ ਨਾਲ ਹਰਮਤ ਕੀਤੀ ਹੈ ਜਿन्होंने आप जो करना पाया इकोनॉमिक को भारतीय इकोनॉमिक को सुधारे जा सकता तो की सरकार कर रही है। तो वो उम्मीद करते हैं कि साढ़े जो फंड आया होगा साढ़े करेंगे कि हो देखा जाएगी। धन्यवाद।